ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਹੀ ਉਹਦੇ ਨਾਲ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਗਿਆ। ਉਹਦੇ ਬਾਅਦ ਉਹਨੂੰ ਉਸ ਤੋਂ ਪਹਿਲੇ ਨਸ਼ੇ ਦੇ ਇੰਜੈਕਸ਼ਨ ਲਗਾਏ ਜਾਂਦੇ ਨੇ। ਤਿੰਨ ਜਣੇ ਸੀ, ਲਾਡੀ ਤੇ ਪੰਮੂ, ਦੀਪੂ ਤੇ ਰੱਜੀ, ਚੌਥੀ ਉਹਦੀ ਭੈਣ। ਨਸ਼ੇ ਦਾ ਇੰਜੈਕਸ਼ਨ ਕਿੰਨੀ ਵਾਰ 4 ਵਾਰੀ ਦੇ ਦਿੱਤੇ। ਜਦੋਂ FIR ਦੀ ਕਾਪੀ ਦੇਖੀ ਤਾਂ ਅਸੀਂ ਦੇਖਿਆ ਕਿ ਇਹਦੇ ਨਾਲ ਜਿਹੜਾ ਆ ਕੋਈ ਏਡਾ ਵੱਡਾ ਦੁਸ਼ਕਰਮ ਹੋ ਗਿਆ, ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਪੁਲਿਸ ਨੇ ਇੱਕ ਛੇੜਛਾੜ ਦੀ ਧਾਰਾ ਜਿਹੜੀ ਹੈ 366 ਲਗਾ ਕੇ ਤਾਂ ਜਿਹੜਾ ਇੱਕ ਆਰੋਪੀ ਨੂੰ ਜਿਹੜਾ ਉਹ ਅਰੈਸਟ ਕਰਕੇ ਜਿਹੜਾ ਅੰਦਰ ਕਰ ਦਿੱਤਾ। ਭੂਆ ਹੀ ਲੱਗਦੀ ਹੈਗੀ ਹੈ, ਇੱਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ, ਉਹਦਾ ਨਾਮ ਜਿਹੜਾ ਇਹ ਦੱਸਦੀ ਹੈਗੀ ਹੈ ਕਿ ਰੱਜੀ ਹੈਗੀ ਹੈ, ਠੀਕ ਹੈ। ਤੇ ਉਹਦੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਹੋਇਆ। ਉਹਨੇ ਇਹਨੂੰ ਬਹਲਾਇਆ ਪੁਸਲਾ ਕੇ, ਹੋ ਸਕਦਾ ਕਿ ਉਹਦਾ ਇਹ ਕੰਮ ਹੀ ਹੋਵੇ ਕਿ ਉਹ ਨਵੀਆਂ ਬੱਚੀਆਂ ਤਿਆਰ ਕਰਦੀ ਹੋਵੇ। ਆਹ ਨਸ਼ੇ ਦਾ ਲੱਕ ਨਾ ਤੋੜਿਆ ਗਿਆ, ਆਹ ਕ੍ਰਾਈਮ ਨਾ ਰੋਕਿਆ ਗਿਆ, ਲਾਅ ਐਂਡ ਆਰਡਰ ਮੇਨਟੇਨ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਵੀ ਹਾਲ ਬਹੁਤ ਬੁਰਾ ਹੋਊਗਾ। ਕੌਂਸਲਰ ਦੇ ਇਲੈਕਸ਼ਨ ਅੱਗੇ ਆ। ਸਾਇਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਕਿ ਜਿਹਦੇ ਵਿੱਚ ਛੋਟੀ ਉਮਰ ਦੇ ਬੱਚੀਆਂ ਦੇ ਨਾਲ ਦੁਸ਼ਕਰਮ ਦੇ ਮਾਮਲੇ ਸਾਹਮਣੇ ਆਉਂਦੇ ਨੇ। ਜਿਵੇਂ ਅੱਜ ਜਲੰਧਰ ਦਾ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਕਿ ਜਿੱਥੇ 13 ਸਾਲ ਦੀ ਕੁੜੀ ਦੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਹੀ ਉਹਦੇ ਨਾਲ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਗਿਆ। ਉਹਦੇ ਬਾਅਦ ਉਹਨੂੰ ਉਸ ਤੋਂ ਪਹਿਲੇ ਨਸ਼ੇ ਦੇ ਇੰਜੈਕਸ਼ਨ ਲਗਾਏ ਜਾਂਦੇ ਨੇ। ਜਦੋਂ ਕੁੜੀ ਦੇ ਨਾਲ ਦੂਸਰੀ ਵਾਰੀ ਇਹ ਗਲਤ ਕੰਮ ਹੁੰਦਾ ਹੈ, ਉਹਦੇ ਬਾਅਦ ਨਸ਼ੇ ਦੀ ਡੋਜ਼ ਵਧਾ ਕੇ ਲਾ ਦਿੱਤੀ ਜਾਂਦੀ ਹੈ। ਉਹਦੇ ਬਾਅਦ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਪਰਿਵਾਰਿਕ ਮੈਂਬਰ ਉਹਨੂੰ ਜੋ ਹੈ ਸੰਗਲੀਆਂ ਦੇ ਨਾਲ ਘਰੇ ਬੰਨ੍ਹ ਕੇ ਰੱਖਦੇ ਨੇ, ਕਿਉਂਕਿ ਜਦੋਂ ਜ਼ਿਆਦਾ ਓਵਰਡੋਜ਼ ਹੋ ਜਾਂਦੀ ਹੈ ਤੇ ਛੋਟੀ ਉਮਰ ਹੈ, ਬੱਚਾ ਤੜਫਦਾ ਸੀਗਾ, ਕਦੀ ਕੋਈ ਸਮਾਨ ਤੋੜਦਾ ਸੀਗਾ ਘਰ ਦਾ, ਕਦੀ ਕੋਈ ਤੋੜਦਾ ਸੀਗਾ। ਜਦੋਂ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਹਾਲਾਤ ਦੇਖੇ ਤੇ ਫਿਰ ਜਾ ਕੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਵੱਲੋਂ ਵੀ ਕੋਈ ਵਧੀਆ ਕਾਰਵਾਈ ਨਹੀਂ ਕੀਤੀ ਗਈ ਕਿ ਸਿਰਫ ਛੋਟੀਆਂ-ਮੋਟੀਆਂ ਧਾਰਾਵਾਂ ਲਾ ਕੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਦੂਸਰੇ ਦੋਸ਼ੀ ਸੀਗੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਸਮਾਜ ਸੇਵੀ ਸੰਸਥਾਵਾਂ ਜਦੋਂ ਖੁੱਲ੍ਹ ਕੇ ਸਾਹਮਣੇ ਆਈਆਂ, ਉਹਨਾਂ ਨੇ CP ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਤੇ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਕਿਸ ਦਿਨ ਦਾ ਵਾਕਿਆ ਹੈ ਸਾਰਾ? 13 ਤਰੀਕ। ਇਹ 13 ਤਰੀਕ ਨੂੰ 14 ਨੂੰ ਦੱਸਿਆ ਸੀ। ਤਿੰਨ ਜਣੇ ਸੀ, ਲਾਡੀ ਤੇ ਪੰਮੂ, ਦੀਪੂ ਤੇ ਰੱਜੀ, ਚੌਥੀ ਉਹਦੀ ਭੈਣ। ਨਸ਼ੇ ਦਾ ਇੰਜੈਕਸ਼ਨ ਕਿੰਨੀ ਵਾਰ 4 ਵਾਰੀ ਦੇ ਦਿੱਤੇ। ਉਹਨਾਂ ਨੇ ਕੁਛ ਨਹੀਂ ਕਹਿੰਦੇ ਕੋਈ ਗੱਲ ਨਹੀਂ। ਯੈਸ। ਜਿੱਦਣ ਪਰਚਾ ਦਰਜ ਹੁੰਦਾ ਹੈ ਉਹਦੇ ਬਾਅਦ ਜਿਹੜੇ ਦੋਸ਼ੀ ਨੇ ਉਹਨਾਂ ਨੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕੋਈ ਤੁਹਾਡੇ ਤੇ? ਹੁਣ ਨਹੀਂ ਆਉਂਦੇ ਸਾਡੇ ਘਰ, ਉਦੋਂ ਦੇ ਆਏ ਹੀ ਨਹੀਂ ਘਰ। ਹੁਣ ਤਾਂ ਜਾਣੀ ਸਾਡੀ ਗਲੀ ਦਾ ਰਹਿੰਦੇ ਆ ਨਾ ਇਸ ਉੱਥੇ, ਹੁਣ ਨਹੀਂ ਆਉਂਦੇ ਘਰ, ਨੱਠ ਗਏ, ਪਤਾ ਨਹੀਂ ਕਿੱਥੇ ਚਲੇ ਗਏ। ਇੱਕ ਫੜਿਆ ਵਾ। ਸੋ ਜਿਹੜੀਆਂ ਸੰਸਥਾਵਾਂ ਉਹਨਾਂ ਦੀ ਮਦਦ ਲਈ ਆਈਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਜੀ ਕੀ ਨਾਮ ਹੈ ਜੀ? ਵਰੁਣ ਕਲੇਰ। ਦੇਖੋ ਇਹ ਸਾਡੀ ਬੱਚੀ ਹੈਗੀ ਆ। ਇਹ ਕੱਲ ਸੰਡੇ ਸੀਗਾ, ਇਹ ਬੇਟੀ ਦੇ ਮਾਮਾ ਜੀ ਸਾਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੀ ਬੇਟੀ ਦੇ ਨਾਲ ਜਿਹੜਾ ਇੱਦਾਂ ਹੋਇਆ ਹੈਗਾ ਤੇ ਪੁਲਿਸ ਨੇ ਜਿਹੜੀ ਆ ਉਹ ਠੀਕ ਕਾਰਵਾਈ ਨਹੀਂ ਕੀਤੀ ਹੈਗੀ। ਤੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਜਾ ਕੇ ਦੇਖਦੇ ਹਾਂ, ਮਿਲਦੇ ਹਾਂ ਇੱਕ ਵਾਰੀ। ਫਿਰ ਕੱਲ ਅਸੀਂ ਇਸ ਬੱਚੀ ਨੂੰ ਮਿਲਣ ਆਏ ਹੈਗੇ। ਜਦੋਂ ਇਸ ਬੱਚੀ ਨੂੰ ਮਿਲੇ ਆ, ਇਹਨਾਂ ਗੱਲਬਾਤ ਕੀਤੀ, ਇਹਨੇ ਸਾਰਾ ਕੁਝ ਦੱਸਿਆ ਤੇ ਉਸ ਤੋਂ ਬਾਅਦ ਅਸੀਂ ਇਹਦੀ FIR ਦੀ ਕਾਪੀ ਦੇਖੀ ਹੈਗੀ। ਜਦੋਂ FIR ਦੀ ਕਾਪੀ ਦੇਖੀ ਤਾਂ ਅਸੀਂ ਦੇਖਿਆ ਕਿ ਇਹਦੇ ਨਾਲ ਜਿਹੜਾ ਆ ਕੋਈ ਏਡਾ ਵੱਡਾ ਦੁਸ਼ਕਰਮ ਹੋ ਗਿਆ, ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਪੁਲਿਸ ਨੇ ਇੱਕ ਛੇੜਛਾੜ ਦੀ ਧਾਰਾ ਜਿਹੜੀ ਹੈ 366 ਲਗਾ ਕੇ ਤਾਂ ਜਿਹੜਾ ਇੱਕ ਆਰੋਪੀ ਨੂੰ ਜਿਹੜਾ ਉਹ ਅਰੈਸਟ ਕਰਕੇ ਜਿਹੜਾ ਅੰਦਰ ਕਰ ਦਿੱਤਾ। ਤਾਂ ਜੇ ਉਹੀ ਧਾਰਾ ਲੱਗੀ ਰਹਿੰਦੀ ਤਾਂ ਉਹਨੇ ਵੀ ਜਿਹੜਾ 1-2 ਦਿਨਾਂ ਦੇ ਵਿੱਚ ਬਾਹਰ ਆ ਜਾਣਾ ਸੀਗਾ। ਤੇ ਜਦੋਂ ਅਸੀਂ ਬੇਟੀ ਨਾਲ ਗੱਲਬਾਤ ਕੀਤੀ ਤਾਂ ਇਹਨੇ ਸਾਨੂੰ ਸਾਰਾ ਕੁਝ ਦੱਸਿਆ ਕਿ ਮੇਰੇ ਨਾਲ ਇੱਦਾਂ ਵੀ ਮੈਨੂੰ ਨਸ਼ੇ ਦੀਆਂ ਡੋਜ਼ ਦਿੱਤੀਆਂ ਗਈਆਂ, ਮੇਰੇ ਇੰਜੈਕਸ਼ਨ ਲਗਾਏ ਗਏ, ਇਹਦੀਆਂ ਬਾਹਾਂ ਦੇ ਉੱਤੇ ਹੱਲੇ ਵੀ ਨਿਸ਼ਾਨ ਹੈਗੇ ਆ। ਕਿਉਂਕਿ ਇਹਦੇ ਮਾਮਾ ਜੀ ਨੇ ਦੱਸਿਆ ਸੀਗਾ ਕਿ ਇਹਨੂੰ ਜਿਹੜਾ ਤੁਸੀਂ ਦੇਖਦੇ ਪਏ ਕਿ ਸੰਗਲ ਰੱਖੇ ਹੋਏ ਆ, ਇਹਨੂੰ ਨਸ਼ੇ ਦੀ ਓਵਰਡੋਜ਼ ਹੋ ਗਈ। ਤਾਂ ਇਹਨਾਂ ਨੇ ਸੋਚਿਆ ਕਿ ਸ਼ਾਇਦ ਇਹਦੇ ਨਾਲ ਗਲਤ ਕੰਮ ਹੋਇਆ, ਕਿ ਇਹ ਡਿਪਰੈਸ਼ਨ ਦੇ ਵਿੱਚ ਆ ਤੇ ਇਸ ਕਰਕੇ ਘਰ ਦੀ ਭੰਨ ਤੋੜ ਕਰਦੀ ਹੈਗੀ ਆ। ਪਰ ਜਦੋਂ ਇਹਦਾ
ਮੈਨੂੰ ਮੈਡੀਕਲ ਵੀ ਹੋਇਆ ਸੀ, ਉਹਦੇ ਵਿੱਚ ਆ ਗਿਆ ਕਿ ਨਸ਼ੇ ਦੀ ਜਿਹੜੀ ਹੈ ਇਹਨੂੰ ਓਵਰਡੋਜ਼ ਹੈ, ਇਹਦੇ ਇੰਜੈਕਸ਼ਨ ਲਗਾਏ ਗਏ ਆ ਤੇ ਨਸ਼ਾ ਜਿਹੜਾ ਇਹਦੇ ਦਿਮਾਗ ਨੂੰ ਚੜਿਆ ਹੋਇਆ ਸੀ, ਉਹਦੇ ਕਰਕੇ ਇਹ ਭੰਨਤੋੜ ਕਰਦੀ ਸੀਗੀ ਤਾਂ ਇਹਨੂੰ 2 ਤੋਂ 3 ਦਿਨ ਜਿਹੜਾ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਣਾ ਪਿਆ। ਫਿਰ ਹੁਣ ਜਦੋਂ ਇਹ ਠੀਕ ਹੋਈ ਆ ਤਾਂ ਇਹਨੇ ਸਾਰੇ ਆਪਣੇ ਬਿਆਨ ਦਿੱਤੇ, ਇਹਨੇ ਉਹਨਾਂ ਜਿਹੜੇ ਦੋਸ਼ੀਆਂ ਦੇ ਨਾਮ ਵੀ ਦੱਸ ਦਿੱਤੇ। ਤਾਂ ਜਿਹੜੀ ਇੱਕ ਇਹਦੀ ਭੂਆ ਹੀ ਲੱਗਦੀ ਹੈਗੀ ਹੈ, ਇੱਥੇ ਇਹਨਾਂ ਦੇ ਨਾਂ ਰਹਿੰਦੀ ਸੀਗੀ, ਉਹਦਾ ਨਾਮ ਜਿਹੜਾ ਇਹ ਦੱਸਦੀ ਹੈਗੀ ਹੈ ਕਿ ਰੱਜੀ ਹੈਗੀ ਹੈ, ਠੀਕ ਹੈ। ਤੇ ਉਹਦੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਹੋਇਆ। ਉਹਨੇ ਇਹਨੂੰ ਬਹਲਾਇਆ ਪੁਸਲਾ ਕੇ, ਹੋ ਸਕਦਾ ਕਿ ਉਹਦਾ ਇਹ ਕੰਮ ਹੀ ਹੋਵੇ ਕਿ ਉਹ ਨਵੀਆਂ ਬੱਚੀਆਂ ਤਿਆਰ ਕਰਦੀ ਹੋਵੇ ਤੇ ਮੀਨਿੰਗ ਉਹਨੇ ਜਿਹੜਾ ਸਾਰਾ ਕੁਝ ਇਹਦੇ ਨਾਲ ਕਰਵਾਇਆ ਹੈਗਾ। ਅਸਲੀ ਦੋਸ਼ੀ ਉਹ ਆ, ਕੇਸ ਦੀ ਮਾਸਟਰਮਾਈਂਡ ਉਹ ਹੈਗੀ ਆ। ਕੰਮ ਕੀ ਕਰਦੀ ਹੈ ਕਿ ਇਹਨਾਂ ਨੇ ਘਰਦਿਆਂ ਨੇ ਸਾਨੂੰ ਦੱਸਿਆ ਕਿ ਉਹ ਡਾਂਸਰ ਦਾ ਕੰਮ ਕਰਦੀ ਹੈਗੀ ਆ, ਹੈਨਾ। ਤੇ ਇਦਾਂ ਦੀਆਂ ਜਿਹੜੀਆਂ ਕੁੜੀਆਂ ਹੈਗੀਆਂ ਆ, ਉਹ ਜਿਹੜੀਆਂ ਸਾਡੀਆਂ ਡਾਂਸਰ ਭੈਣਾਂ ਜਿਹੜੀਆਂ ਆਪਣਾ ਮਜਬੂਰੀ ਦੇ ਵਿੱਚ ਜਿਹੜੀਆਂ ਰੋਟੀ ਕਮਾਇਆ ਖਾਂਦੀਆਂ, ਉਹਨਾਂ ਨੂੰ ਵੀ ਬਦਨਾਮ ਕਰਦੀਆਂ, ਉਹਨਾਂ ਦਾ ਵੀ ਇੱਕ ਜਿਹੜਾ ਆ ਉਹ ਕੈਟਾਗਰੀ ਨੂੰ ਬਦਨਾਮ ਕਰਦੀਆਂ ਹੈਗੀਆਂ। ਇਹਨਾਂ ਦੇ ਉੱਤੇ ਜਿਹੜੀ ਆ, ਇਹ ਕੁੜੀ ਦਾ ਨਾਮ ਕੀ ਹੈਗਾ? ਰੱਜੀ। ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਫਿਰ ਉਸ ਮਾਮਲੇ ਵਿੱਚ ਅੱਜ ਅਸੀਂ ਜਿਹੜਾ ਆ ਜਲੰਧਰ ਕਮਿਸ਼ਨਰ ਸਾਹਿਬ ਨੂੰ ਮਿਲੇ ਸੀਗੇ। ਜਦੋਂ ਕਮਿਸ਼ਨਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਸਲਾ ਲਿਆਂਦਾ, ਪਹਿਲਾਂ ਵੀ ਪੁਲਿਸ ਦੇ ਸੀਗਾ, ਪਰ ਪੁਲਿਸ ਨੇ ਜਿਹੜੀ ਆਪਣੀ ਕਾਰਗੁਜ਼ਾਰੀ ਠੀਕ ਨਹੀਂ ਦਿਖਾਈ, ਕਿਉਂਕਿ ਜਿਹੜਾ ਲੜਕੀ ਦਾ ਮਦਰ ਆ, ਉਹ ਮਦਰ ਜਿਹੜੀ ਆ ਫੋਰਨ ਦੇ ਵਿੱਚ ਬਾਹਰ ਹੈਗੀ ਆ, ਜਿਹੜਾ ਫਾਦਰ ਹੈਗਾ ਉਹ ਡਰਿੰਕਰ ਹੈਗਾ ਆ, ਤੇ ਜਿਹੜੀ ਦਾਦੀ ਹੈਗੀ ਆ ਉਹ ਅਨਪੜ੍ਹ ਆ ਔਰ ਘਰ ਦੀ ਆਰਥਿਕ ਹਾਲਤ ਜਿਹੜੀ ਬਹੁਤ ਕਮਜ਼ੋਰ ਆ। ਦਾਦੀ ਜਿਹੜੀ ਆ ਉਹ ਕਾਫੀ ਘਰਾਂ ਦੇ ਵਿੱਚ ਜਿਹੜੀ ਕੰਮ ਕਰਦੇ ਆ, ਉਹਨਾਂ ਨੂੰ ਲੱਗਿਆ ਕਿ ਕਿਹੜਾ ਕੋਈ ਕਾਰਵਾਈ ਹੋਣੀ ਹੈਗੀ ਜਾਂ ਇਹਨਾਂ ਦੀ ਕਿਸੇ ਨੇ ਬੈਕ ਕਰਨੀ ਆ ਜਾਂ ਪੈਰਵਾਈ ਕਰਨੀ ਹੈਗੀ ਆ। ਪਰ ਜਦੋਂ ਇਹ ਮਸਲਾ ਆਪਣੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਅੱਜ ਅਸੀਂ ਸੀਪੀ ਸਾਹਿਬ ਨੂੰ ਮਿਲੇ ਔਰ ਜਿਹੜੀ ਆ ਉਹਨਾਂ ਨੇ, ਮੈਂ ਕਹਿੰਦਾ ਕਿ ਇੰਨਾ ਡਰ ਸੀਗਾ ਉਹਨਾਂ ਨੂੰ, ਅਸੀਂ ਰਾਤੀ ਜਥੇਬੰਦੀਆਂ ਨੂੰ ਕਾਲ ਲਾਤੀ, CID ਰਿਪੋਰਟ ਚਲ ਗਈ। ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਮੀਨਿੰਗ ਜਿਹੜੀ 376 ਧਾਰਾ ਜਿਹੜੀ ਆ ਉਹ ਐਡ ਕਰ ਦਿੱਤੀ ਸੀਗੀ ਰੇਪ ਦੀ, ਔਰ ਜਿਹੜਾ ਇਹਦਾ ਪੋਸਕੋ ਐਕਟ ਆ, ਕਿਉਂਕਿ ਇਹ ਨਾਬਾਲਗ ਹੈਗੀ ਆ, ਉਹ ਵੀ ਲਗਾ ਦਿੱਤਾ ਗਿਆ। ਔਰ ਜਿਹੜੇ ਦੂਜੇ 2 ਦੋਸ਼ੀ ਸੀਗੇ ਉਹਨਾਂ ਦਾ ਵੀ ਨਾਮ ਜਿਹੜਾ ਉਹ ਪਰਚੇ ਦੇ ਵਿੱਚ FIR ਦੇ ਵਿੱਚ ਐਡ ਕਰ ਦਿੱਤਾ ਗਿਆ ਹੈਗਾ। ਪਰ ਜਿਹੜੀ ਇਹ ਕੁੜੀ ਰੱਜੀ ਹੈਗੀ ਹੈ, ਇਹਦਾ ਨਾਮ ਹੱਲੇ ਵੀ ਨਹੀਂ ਐਡ ਕੀਤਾ। ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਦੇ ਵਿੱਚ ਹੀ ਇਹਦਾ ਨਾਮ ਐਡ ਕਰ ਰਹੇ ਹਾਂ ਔਰ ਇਹਨਾਂ ਸਾਰਿਆਂ ਦੀ ਜਿਹੜੀ ਜਲਦੀ ਅਰੈਸਟ ਪੈ ਜਾਏਗੀ। ਔਰ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਅਸੀਂ ਕਮਿਸ਼ਨਰ ਸਾਹਿਬ ਨੂੰ, ਕਿਉਂਕਿ ਸਰਕਾਰ ਦੀਆਂ ਕਈ ਪਾਲਿਸੀਆਂ ਹੁੰਦੀਆਂ, ਸਕੀਮਾਂ ਹੁੰਦੀਆਂ, ਤੇ ਇਹਦੀ ਬੇਟੀ ਦੀ, ਇਹਦੇ ਘਰਦਿਆਂ ਦੀ ਜਿਹੜੀ ਆਰਥਿਕ ਮਦਦ ਵੀ ਕਰਵਾਵਾਂਗੇ ਤਾਂ ਕਿ ਜਿਹੜੀ ਇਹ ਕੇਸ ਦੀ ਜਿਹੜੀ ਪੈਰਵਾਈ ਆ ਉਹ ਚੰਗੇ ਤਰੀਕੇ ਦੇ ਨਾਲ ਹੋ ਸਕੇ। ਤੁਸੀਂ ਸਟੂਡੈਂਟਸ ਇੱਕ ਗਰੁੱਪ ਵੱਡਾ ਚੱਲ ਰਿਹਾ ਤੁਹਾਡੇ ਨਾਲ, ਕੁੜੀਆਂ ਵੀ ਹੋਣਗੀਆਂ ਗਰੁੱਪ ਦੇ ਵਿੱਚ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੁਹਾਡੀ NGO ਵੱਲੋਂ ਕੁਝ ਕੀਤਾ ਜਾਏਗਾ? ਮੈਂ ਸਮਝਦਾ ਵੀ ਅਸੀਂ ਤਾਂ ਅੱਜ CP ਸਾਹਿਬ ਨੂੰ ਵੀ ਮਿਲੇ ਹੈਗੇ ਆ। ਮੇਰੇ ਹਿਸਾਬ ਨਾਲ ਕਾਫੀ NGOs ਜਲੰਧਰ ਵਿੱਚ ਜਿਹੜੀਆਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਜਾਂ ਪੂਰੇ ਭਾਰਤ ਵਿੱਚ, ਪਹਿਲਾਂ ਨਿਰਭਇਆ ਹੋਇਆ, ਫਿਰ ਹੈਦਰਾਬਾਦ ਵਿੱਚ ਇੱਕ ਸਾਡੀ ਭੈਣ ਨਾਲ ਹੋਇਆ, ਜਿਹੜੇ ਬਹੁਤ ਇਹ ਬੜੇ ਚਰਚਿਤ ਕੇਸ ਹੋਏ ਆ ਜਿਹੜੇ ਹੋਏ ਆ। ਮੈਂ ਸਮਝਦਾ ਵੀ ਜਿਹੜਾ ਇਹ ਚੀਜ਼ਾਂ ਹੈਗੀਆਂ, ਇਹ ਜਦ ਤੱਕ ਸਾਡੀ ਮੈਂਟੈਲਿਟੀ ਜਿਹੜੀ ਆ, ਮੈਂ ਸਮਝਦਾ ਵੀ ਚੇਂਜ ਨਹੀਂ ਹੁੰਦੀ, ਇਹ ਘਟਨਾਵਾਂ ਨਹੀਂ ਰੁਕਣੀਆਂ ਹੈਗੀਆਂ। ਕਿਉਂਕਿ ਜਦ ਤੱਕ ਜਿਹੜਾ ਆ ਇਹ ਪੁਰਸ਼ ਪ੍ਰਧਾਨ ਸਮਾਜ ਔਰਤ ਨੂੰ ਇੱਕ ਜਿਹੜਾ ਆ ਗੁਲਾਮ ਸਮਝਦਾ ਰਹੂਗਾ ਜਾਂ ਔਰਤ ਨੂੰ ਆਪਣੀ ਯੂਜ਼ ਕਰਨ ਵਾਲੀ ਚੀਜ਼ ਸਮਝਦਾ ਰਹੂਗਾ, ਤਾਂ ਮੇਰੇ ਹਿਸਾਬ ਨਾਲ ਜਦ ਤੱਕ ਇਹ ਮੈਂਟੈਲਿਟੀ ਨਹੀਂ ਚੀਜ਼ ਹੁੰਦੀ ਤਾਂ ਇਹ ਸਮਾਜ ਦੇ ਵਿੱਚ ਚੇਂਜ ਆਉਣਾ ਵੀ ਬਹੁਤ ਔਖਾ ਆ। ਮੈਂ ਸਮਝਦਾ ਵੀ ਇਹ ਘਟਨਾਵਾਂ ਕੱਲ੍ਹ ਦੀ ਆ, ਚਾਹੇ 3 ਸਾਲ ਵਾਲੀ ਜਾਂ ਆਹ ਵਾਲੀ ਘਟਨਾ ਹੈਗੀ ਆ, ਇਹ ਉਹਨਾਂ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਆ ਜਿਹੜੇ ਕਹਿੰਦੇ ਵੀ ਕੁੜੀਆਂ ਨੂੰ ਇਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ, ਵੀ ਤਾਂ ਰੇਪ ਹੁੰਦੇ ਆ। ਕਈ ਸਟੇਟਮੈਂਟਾਂ ਆਉਂਦੀਆਂ ਲੀਡਰਾਂ ਦੀਆਂ, ਬਟ ਮੈਂ ਸਮਝਦਾ ਵੀ ਇਹਨਾਂ ਲੋਕਾਂ ਨੂੰ, ਇਹਨਾਂ ਬੱਚੀਆਂ ਨੂੰ ਕੀ ਪਤਾ ਹਜੇ, ਇਹ ਹੋਸ਼ 'ਚ ਵੀ ਨਹੀਂ ਹੈਗਾ ਹਜੇ। ਜਿਹੜਾ ਆ ਇੱਕ ਕਿਸ਼ੋਰ ਅਵਸਥਾ ਆ, ਉਹ ਵੀ ਇਹਨਾਂ ਤੇ ਹਜੇ ਆਉਣੀ ਆ। ਜਿਹੜਾ ਪੀਰੀਅਡ ਹੈਗਾ ਆ, ਟੀਨ ਏਜ ਦਾ ਪੀਰੀਅਡ ਆ, ਹਜੇ ਤਾਂ ਉਹ ਵੀ ਨਹੀਂ ਇਹਨਾਂ ਦਾ ਸ਼ੁਰੂ ਹੋਇਆ ਹੈਗਾ। ਤੇ ਮਤਲਬ ਕਿ ਹਵਸ ਦਾ ਸ਼ਿਕਾਰ ਲੋਕੀ, ਹਵਸੀ ਇੰਨੇ ਹੋ ਗਏ ਆ ਬਈ ਇੱਕ ਜਿਹੜੀ ਪੰਜਾਬ ਦਾ ਬੇੜਾ ਗਰਕ ਕਰ ਰਹੀ, ਸਭ ਤੋਂ ਜ਼ਿਆਦਾ ਡਰੱਗ ਕਰ ਰਹੀ ਹੈਗੀ ਆ। ਆਹ ਨਸ਼ੇ ਦਾ ਲੱਕ ਨਾ ਤੋੜਿਆ ਗਿਆ, ਆਹ ਕ੍ਰਾਈਮ ਨਾ ਰੋਕਿਆ ਗਿਆ, ਲਾਅ ਐਂਡ ਆਰਡਰ ਮੇਨਟੇਨ ਨਾ ਕੀਤਾ ਗਿਆ, ਤਾਂ ਆਮ ਆਦਮੀ ਪਾਰਟੀ ਦਾ ਵੀ ਹਾਲ ਬਹੁਤ ਬੁਰਾ ਹੋਊਗਾ। ਕੌਂਸਲਰ ਦੇ ਇਲੈਕਸ਼ਨ ਅੱਗੇ ਆ। ਦੇਖਦੇ ਹੋ ਕਿ ਤੁਸੀਂ ਕਿ ਅੱਜ ਤਾਂ ਚਲੋ ਤੁਹਾਡੀ ਨੌਲੇਜ ਦੇ ਵਿੱਚ ਅਜਿਹਾ ਪਹਿਲਾ ਮਾਮਲਾ ਸਾਹਮਣੇ ਆ ਗਿਆ, ਇੱਦਾਂ ਦੇ ਹੋਰ ਵੀ ਕਈ ਮਾਮਲੇ ਹੋਣਗੇ ਕਿ ਜਿਹਦੇ ਵਿੱਚ ਪੁਲਿਸ ਕਾਰਵਾਈ ਨਹੀਂ ਕਰਦੀ ਹੋਏਗੀ? ਦੇਖੋ, ਮੈਂ ਇਸ ਕੇਸ ਤੋਂ ਬਾਅਦ ਮੈਂ ਆਪਣੇ ਆਪ ਤੇ ਸੋਚਦਾ ਕਿ ਯਾਰ ਪੁਲਿਸ ਤੋਂ ਤਾਂ ਉਮੀਦ ਰੱਖਣਾ ਹੀ ਜਿਹੜਾ ਆ, ਹੁਣ ਮੈਨੂੰ ਸਾਡਾ ਬੇਵਕੂਫੀ ਹੋ ਗਈ ਹੈ ਪੁਲਿਸ ਤੋਂ ਉਮੀਦ ਰੱਖਣੀ ਆ। ਔਰ ਮੈਂ ਉਹਨਾਂ ਬੱਚਿਆਂ ਬਾਰੇ ਸੋਚਦਾ ਹੈਗਾ ਕਿ ਕੋਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਸਕੂਲ ਤੋਂ ਆਉਂਦੇ ਡਰਦੇ ਆ, ਆਪਣੇ ਪੇਰੈਂਟਸ ਨੂੰ ਦੱਸਣ ਤੋਂ ਵੀ ਡਰਦੇ ਆ। ਇਹ ਗੱਲ ਸਾਹਮਣੇ ਆ ਗਈ ਔਰ ਫਿਰ ਜਦੋਂ ਪੇਰੈਂਟਸ ਦੇ ਧਿਆਨ ਦੇ ਵਿੱਚ ਆ ਜਾਂਦੀ ਆ ਬਹੁਤ ਸਾਰੇ, ਕਿਉਂਕਿ ਸਾਡੀਆਂ ਸੁਸਾਇਟੀਆਂ ਦੀ ਮੈਂਟੈਲਿਟੀ ਜਿਹੜੀ ਆ ਉਹ ਇੱਥੇ ਟਿਕੀ ਹੋਈ ਆ ਕਿ ਜਿਹੜੇ ਪੇਰੈਂਟਸ ਆ ਉਹ ਵੀ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ
ਖਾਸ ਕਰਕੇ ਬੇਟੀਆਂ ਨੂੰ ਜਿਹੜਾ ਆ ਉਹ ਦਬਾ ਸਕਦੇ ਆ ਵੀ ਕਈ ਗੱਲ ਥਾਣੇ ਤੱਕ ਜਾਣ ਵੀ ਨਹੀਂ ਦਿੰਦੇ ਹੈਗੇ, ਇੱਥੋਂ ਤੱਕ ਕਿ ਪੰਚਾਇਤਾਂ ਤੱਕ ਵੀ ਗੱਲ ਨਹੀਂ ਆਉਂਦੀ ਹੈਗੀ। ਮੈਂ ਕਹਿੰਦਾ ਕਿ ਇਹ ਪਰਿਵਾਰ ਦਾ ਜਿਹੜਾ ਆ ਉਹ ਬਹੁਤ ਵੱਡਾ ਹੌਸਲਾ ਆ ਕਿ ਇਹਨਾਂ ਨੇ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਯਕੀਨ ਰੱਖਿਆ ਔਰ ਇਹ ਇਨਸਾਫ ਦੇ ਲਈ ਜਿਹੜਾ ਆ ਉਹ ਆਪਣੀ ਲੜਾਈ ਲੜਨਾ ਚਾਹੁੰਦੇ ਹੈਗੇ ਆ। ਮੈਂ ਤਾਂ ਇਹੀ ਗੱਲ ਕਹੂੰਗਾ ਕਿ ਲੋਕਾਂ ਨੂੰ ਜਾਗਣਾ ਪੈਣਾ ਹੈਗਾ। ਦੇਖੋ ਅੱਜ ਜੇ ਅਸੀਂ ਜੇ ਮੰਨ ਲਓ ਵੀ ਅਸੀਂ ਕੱਲ ਇੱਥੇ 2 ਜਣੇ ਆਏ ਸੀਗੇ, ਜੇ ਅਸੀਂ ਆਵਾਜ਼ ਚੁੱਕੀ ਆ ਤੇ ਅੱਜ ਜਿਹੜਾ ਆ ਇਹ ਜਿਹੜੀਆਂ ਧਾਰਾਂ ਦੇ ਵਿੱਚ ਵਾਧਾ ਹੋਇਆ ਹੈਗਾ, ਪੋਸਕੋ ਐਕਟ ਵੀ ਲੱਗ ਗਿਆ ਹੈਗਾ। ਹੁਣ ਅਸੀਂ ਪੈਰਵਾਈ ਕਰਾਂਗੇ, ਇਹਨੂੰ ਮੁਆਵਜ਼ਾ ਵੀ ਮਿਲ ਜਾਣਾ, 1-2 ਦਿਨਾਂ ਤੱਕ ਗ੍ਰਿਫਤਾਰੀ ਵੀ ਜਿਹੜੀ ਆ ਉਹ ਜਲਦੀ ਕਰਵਾਵਾਂਗੇ। ਪਰ ਦੇਖੋ ਲੋਕ ਜਾਗਣਾ ਚਾਹੀਦਾ। ਜੇ ਤੁਸੀਂ ਲੋਕ ਜਾਗਣਗੇ ਤਾਂ ਪ੍ਰਸ਼ਾਸਨ ਤੁਹਾਡੇ ਮੋਰੇ ਚੱਲੂਗਾ। ਜੇ ਲੋਕ ਸੁੱਤੇ ਰਹੇ ਤਾਂ ਫਿਰ ਬਸ ਫਿਰ ਤਾਂ ਤੁਸੀਂ ਇਹ ਵੇਟ ਕਰੋ ਵੀ ਅੱਗ ਜਿੱਦਣ ਸਾਡੇ ਘਰ ਤੱਕ ਪਹੁੰਚੂਗੀ ਤਾਂ ਫਿਰ ਉਸ ਤੋਂ ਬਾਅਦ ਕੈਂਡਲ ਮਾਰਚ ਕੱਢ ਕੇ ਬਸ। ਸੋ ਬਿਲਕੁਲ ਜਿਵੇਂ ਸਮਾਜ ਸੇਵੀਆਂ ਨੇ ਵੀ ਗੱਲਬਾਤ ਕੀਤੀ, ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ, ਉਹਦੇ ਵਿੱਚ ਸਾਫ਼ ਇੱਕ ਪੁਲਿਸ ਦਾ ਰੋਲ ਸਾਹਮਣੇ ਆਇਆ ਕਿ ਜਿਹਦੇ ਵਿੱਚ ਪੁਲਿਸ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਕਿਉਂਕਿ ਪਰਿਵਾਰ ਗਰੀਬ ਹੈ, ਗਰੀਬਾਂ ਦੀ ਕੋਈ ਵੀ ਨਹੀਂ ਸੁਣਦਾ, ਨਾ ਹੀ ਪੁਲਿਸ ਪ੍ਰਸ਼ਾਸਨ ਸੁਣਦਾ। ਜੇ ਪਹਿਲੇ ਦਿਨ ਤੋਂ ਹੀ SHO ਸਾਹਿਬ ਨੇ ਕਾਰਵਾਈ ਖਿੱਚ ਕੇ ਕੀਤੀ ਹੁੰਦੀ ਤਾਂ ਦੋਸ਼ੀ ਫੜੇ ਜਾਣੇ ਸੀਗੇ। ਉਹਦੇ ਬਾਅਦ ਜਦੋਂ NGOs ਆਉਂਦੀਆਂ ਨੇ ਉਹ ਜਾ ਕੇ ਪਰਿਵਾਰ ਦੇ ਨਾਲ ਮਿਲਦੀਆਂ, ਗੱਲਬਾਤ ਕਰਦੀ ਆ, ਉਹਦੇ ਬਾਅਦ ਜਾ ਕੇ CP ਸਾਹਿਬ ਨੂੰ ਮਿਲਦੇ ਆ, ਉਹਦੇ ਬਾਅਦ ਜੁਰਮ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ, ਪੋਸਕੋ ਐਕਟ ਲੱਗਦਾ ਹੈ ਤੇ 376 ਦਾ ਮਾਮਲੇ ਦੇ ਵਿੱਚ ਵੀ ਵਾਧਾ ਹੁੰਦਾ ਹੈ। ਤੇ ਇਹ ਚੀਜ਼ SHO ਸਾਹਿਬ ਨੂੰ ਪਹਿਲੇ ਦਿਨ ਹੀ ਕਰ ਦੇਣੀ ਚਾਹੀਦੀ ਸੀ। ਕੀ ਪਤਾ ਹੁੰਦਾ ਕਿ ਜਿੰਨੇ ਹੋਰ ਦੋਸ਼ੀ ਸੀਗੇ ਜਿਹੜੇ ਭੱਜਣ ਦੇ ਵਿੱਚ ਸਫਲ ਹੋ ਚੁੱਕੇ ਨੇ ਉਹ ਵੀ ਫੜੇ ਜਾਂਦੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਹੋ ਜਿਹੀ ਕਾਰਵਾਈ ਕਰਦਾ ਹੈ। ਜਿਹੜੇ ਬਾਕੀ ਦੇ ਦੋਸ਼ੀ ਰਹਿ ਗਏ ਨੇ ਉਹਨਾਂ ਨੂੰ ਪੁਲਿਸ ਕਿੰਨੇ ਕੁ ਸਮੇਂ ਦੇ ਵਿੱਚ ਫੜਦੀ ਹੈ। ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।